ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੀ ਆਪਾਂ ਕਲਾਸ ਨੰਬਰ 5 ਜਿਹੜਾ ਆਪਾਂ ਪੰਜਾਬੀ ਵਿਆਕਰਨ ਕਰ ਰਹੇ ਹਾਂ ਬਹੁਤ ਵਧੀਆ ਢੰਗ ਦੇ ਨਾਲ। ਅੱਜ ਦੀ ਕਲਾਸ ਛੋਟੀ ਹੈ ਥੋੜੀ ਜੀ, ਬਟ ਜਿਹੜਾ ਟੌਪਿਕ ਹੈਗਾ ਰਾਜੇ ਉਹ ਬਹੁਤ ਖਾਸ ਹੈ। ਤਾਂ ਚਲੋ ਜੀ ਆਪਾਂ ਕਲਾਸ ਸਟਾਰਟ ਕਰਦੇ ਹਾਂ, ਗੱਲਾਂ ਨਹੀਂ ਮਾਰ ਰਹੇ। ਤੇ ਬਸ ਮੇਰੀ ਉਹੀ ਰਿਕਵੈਸਟ ਤੁਹਾਨੂੰ, ਜੇ ਕਲਾਸ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਤਾਂ ਸਟਾਰਟ ਕਰਦੇ ਰਾਜੇ। ਅੱਜ ਆਪਣਾ ਟੌਪਿਕ ਹੈ ਕੀ ਹੈ, ਆਪਾਂ ਪੜ੍ਹਨਾ ਜੀ ਅੱਜ ਕਾਲ। ਠੀਕ ਹੈ, ਤੇ ਕਾਲ ਜਿਹਨੂੰ ਤੁਸੀਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਟੈਂਸ। ਠੀਕ ਹੈ ਜੀ, ਜਿਹਦੇ ਵਿੱਚ ਤੁਸੀਂ ਪੜ੍ਹਦੇ ਹੋ ਫਿਊਚਰ, ਪ੍ਰੈਜ਼ੈਂਟ, ਹਨਾ। ਤੇ ਇਹ ਆਪਾਂ ਚੀਜ਼ਾਂ ਪੜ੍ਹਨੀਆਂ ਨੇ ਪੰਜਾਬੀ ਦੇ ਵਿੱਚ। ਹੁਣ ਪੇਪਰ ਦੇ ਵਿੱਚ ਕੁਐਸਚਨ ਬੜਾ ਸਿੰਪਲ ਆਉਂਦਾ ਹੈ, ਪਰ ਇਨ ਫਿਊਚਰ ਹੋ ਸਕਦਾ ਵੀ ਪੇਪਰ ਥੋੜਾ ਜਿਹਾ ਡਿਫਿਕਲਟ ਆ ਜਾਵੇ। ਤਾਂ ਆਪਾਂ ਤਿਆਰੀ ਕਰਨੀ ਆਪਣੀ 101%। ਤਾਂ ਚਲੋ ਜੀ ਆਪਾਂ ਪਹਿਲਾਂ ਕਾਲ ਦੀ ਪਰਿਭਾਸ਼ਾ ਦੇਖਦੇ ਹਾਂ। ਕਾਲ ਦੀ ਡੈਫੀਨੇਸ਼ਨ ਹੈ ਕੀ ਹੈ। ਕਾਲ ਦਾ ਮਤਲਬ ਹੁੰਦਾ ਪੰਜਾਬੀ ਦੇ ਵਿੱਚ ਸਮਾਂ, ਟਾਈਮ। ਠੀਕ ਹੈ ਜੀ, ਹੁਣ ਦੇਖੋ ਸਮਾਂ ਜੋ ਅੱਜ ਹੈਗਾ ਉਹ ਸਮਾਂ ਮੁੜ ਕੇ ਨਹੀਂ ਆਉਣਾ, ਹਨਾ। ਜੋ ਆਪਾਂ ਅੱਜ ਪੜ੍ਹ ਰਹੇ ਹਾਂ, ਮੰਨ ਲਓ ਵੀ 1 ਵੱਜ ਗਿਆ ਹੁਣ। ਠੀਕ ਹੈ ਜੀ, ਮੇਰੇ ਜਦੋਂ ਮੈਂ ਰਿਕਾਰਡਿੰਗ ਕਰ ਰਿਹਾ 1 ਵੱਜ ਗਿਆ। ਨਾ ਤਾਂ ਇਹ ਦਿਨ ਦੁਬਾਰਾ ਆਉਣਾ, ਨਾ ਇਹ 18 ਜੁਲਾਈ 2021 ਦੁਬਾਰਾ ਆਉਣੀ ਹੈ, ਤੇ ਨਾ ਹੀ ਇਹ ਟਾਈਮ ਦੁਬਾਰਾ ਆਉਣਾ। ਠੀਕ ਹੈ, ਇਹਦਾ ਕਹਿਣ ਦਾ ਮਤਲਬ ਕੀ ਹੈ ਕਿ ਜੋ ਸਮਾਂ ਇੱਕ ਵਾਰੀ ਨਿਕਲ ਗਿਆ ਉਹ ਦੁਬਾਰਾ ਨਹੀਂ ਆਊਗਾ। ਤਾਂ ਸਮਾਂ ਰਹਿੰਦੇ ਹੋਏ ਆਪਾਂ ਆਪਣੀ ਤਿਆਰੀ ਕਰਨੀ ਹੈ ਬਹੁਤ ਵਧੀਆ ਢੰਗ ਦੇ ਨਾਲ, ਤੇ ਸਹੀ ਚੈਨਲ ਤੋਂ ਕਰਨੀ ਹੈ, ਤੇ ਤਾਂ ਹੀ ਆਪਾਂ ਐਗਜ਼ਾਮ ਨੂੰ ਕਰੈਕ ਕਰ ਸਕਦੇ ਹਾਂ। ਤਾਂ ਕਾਲ ਦਾ ਮਤਲਬ ਕੀ ਹੈ ਰਾਜੇ? ਟਾਈਮ, ਸਮਾਂ। ਕਹਿੰਦਾ ਜੀ ਸਮਾਂ ਸਮੇਂ ਦੇ ਅਨੁਸਾਰ ਕਹਿੰਦਾ ਜੀ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ ਉਸ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ। ਤਾਂ ਕਿਰਿਆ ਕੀ ਹੁੰਦੀ? ਆਪਾਂ ਕੋਈ ਕੰਮ ਕਰਦੇ ਹਾਂ ਨਾ ਸਮੇਂ ਦੇ ਵਿੱਚ, ਆਪਾਂ ਵਿਹਲੇ ਤਾਂ ਰਹਿੰਦੇ ਨਹੀਂਗੇ। ਹੁਣ ਮੰਨ ਲਓ ਜਿਵੇਂ ਤੁਸੀਂ ਪੜ੍ਹ ਰਹੇ ਹੋਵੋਗੇ ਇਸ ਟਾਈਮ ਤੇ, ਅਗਲੇ ਟਾਈਮ ਤੇ ਹੋ ਸਕਦਾ ਤੁਸੀਂ ਸੋ ਰਹੇ ਹੋਵੋਗੇ, ਅਗਲੇ ਟਾਈਮ ਤੇ ਹੋ ਸਕਦਾ ਤੁਸੀਂ ਰੋਟੀ ਖਾ ਰਹੇ ਹੋਵੋਗੇ ਜਾਂ ਖਾ ਚੁੱਕੇ ਹੋਵੋਗੇ। ਤਾਂ ਜਿਹੜਾ ਸਮਾਂ ਕਿਰਿਆ ਦੇ ਨਾਲ ਆ ਕੇ ਉਹਦਾ, ਠੀਕ ਹੈ ਜੀ, ਉਹ ਰੂਪ ਧਾਰਨ ਕਰ ਲੈਂਦਾ। ਠੀਕ ਹੈ, ਸਮੇਂ ਦੇ ਅਨੁਸਾਰ ਕਿਰਿਆ ਬਦਲ ਜਾਂਦੀ ਹੈ, ਤਾਂ ਉਸਨੂੰ ਆਪਾਂ ਕੀ ਕਰਾਂਗੇ? ਕਿਰਿਆ ਦਾ ਕਾਲ ਕਵਾਂਗੇ। ਹੁਣ ਜਿਵੇਂ ਮੰਨ ਲਓ ਥੱਲੇ ਮੈਂ ਇੱਕੋ ਟੈਂਸ ਨੂੰ 3 ਵਾਰੀ ਪੜ੍ਹਦਾ, ਤਿੰਨਾਂ ਦੇ ਵਿੱਚ ਕੀ ਫਰਕ ਹੈ ਤੁਹਾਨੂੰ ਸਮਝ ਲੱਗ ਜੂਗੀ। ਕੀ ਫਰਕ ਹੈ? ਕਹਿੰਦਾ ਜੀ ਰਾਮ ਪੜ੍ਹਦਾ ਹੈ, ਰਾਮ ਨੇ ਪਾਠ ਪੜ੍ਹਿਆ, ਰਾਮ ਪਾਠ ਪੜ੍ਹੇਗਾ। ਠੀਕ ਹੈ ਜੀ, ਰਾਮ ਪਾਠ ਪੜ੍ਹਦਾ ਹੈ ਮਤਲਬ ਕੀ? ਆਪਾਂ ਕੀ ਚੱਲ ਰਿਹਾ, ਜਿਹੜਾ ਸਮਾਂ ਆਪਣੇ ਕੋਲ ਚੱਲ ਰਿਹਾ ਵਰਤਮਾਨ। ਠੀਕ ਹੈ ਜੀ, ਰਾਮ ਨੇ ਪਾਠ ਪੜ੍ਹਿਆ। ਠੀਕ ਹੈ ਜੀ, ਮਤਲਬ ਕੀ ਹੈ? ਭੂਤਕਾਲ, ਉਹ ਪਾਠ ਪੜ੍ਹ ਚੁੱਕਿਆ ਹੈ। ਰਾਮ ਪਾਠ ਪੜ੍ਹੇਗਾ, ਉਹ ਜੀ ਪਲੈਨਿੰਗ ਕਰ ਰਿਹਾ ਵੀ ਮੈਂ ਪੜ੍ਹੂੰਗਾ। ਤਾਂ ਇਹਦਾ ਮਤਲਬ ਕੀ ਹੈ? ਫਿਊਚਰ ਦੇ ਵਿੱਚ ਹੈ। ਤਾਂ ਕਹਿੰਦਾ ਜੀ ਉਪਰੋਕਤ ਜਿਹੜੇ ਵਾਕ ਲਿਖੇ ਆਪਾਂ ਉਹਦੇ ਵਿੱਚ ਪੜ੍ਹਦਾ ਹੈ, ਪੜ੍ਹਿਆ ਜਾਂ ਪੜ੍ਹੇਗਾ ਸ਼ਬਦ ਤੋਂ ਕੀ ਲੱਗਦਾ ਆਪਾਂ ਨੂੰ? ਸਮੇਂ ਦਾ ਬੋਧ, ਮਤਲਬ ਕਿ ਸਮੇਂ ਦਾ ਗਿਆਨ ਹੁੰਦਾ ਹੈ। ਤਾਂ ਇਹਨੂੰ ਆਪਾਂ ਕੀ ਕਹਿ ਦਾਂਗੇ ਜੀ? ਕਾਲ ਕਹਿ ਦਾਂਗੇ। ਬਹੁਤ ਸੌਖਾ ਟੌਪਿਕ ਹੈ। ਕਾਲ ਹੁੰਦਾ ਕਿੰਨੇ ਤਰ੍ਹਾਂ ਦਾ ਰਾਜੇ? 3 ਤਰ੍ਹਾਂ ਦਾ ਇਹ ਕੁਐਸਚਨ ਆਉਂਦਾ ਹੁੰਦਾ। ਤੇ ਪਿਛਲੀ ਵਾਰੀ ਪੀਟਰ+ ਬੋਰਡ ਦਾ ਜਿਹੜਾ ਪੇਪਰ ਹੋਇਆ ਰਾਜੇ 2021 ਦਾ, ਹਨਾ, ਕਲਰਕ ਦਾ, ਉਹਦੇ ਮਾਰਨਿੰਗ ਸ਼ਿਫਟ ਦੇ ਵਿੱਚ ਆਇਆ ਹੋਇਆ। ਤਾਂ ਭੂਤਕਾਲ, ਠੀਕ ਹੈ ਜੀ, ਜਿਹਨੂੰ ਤੁਸੀਂ ਕਹਿ ਦਿੰਦੇ ਆ ਪਾਸਟ। ਵਰਤਮਾਨ ਕਾਲ ਜਿਹਨੂੰ ਤੁਸੀਂ ਕੀ ਕਹਿ ਦਿੰਦੇ ਆ? ਠੀਕ ਹੈ ਜੀ, ਭਵਿੱਖਤ ਕਾਲ ਜਿਹਨੂੰ ਤੁਸੀਂ ਕਹਿ ਦਿੰਦੇ ਆ ਫਿਊਚਰ। ਵਰਤਮਾਨ ਕਾਲ, ਭੂਤਕਾਲ, ਭਵਿੱਖਤ ਕਾਲ। ਠੀਕ ਹੈ ਜੀ, ਪ੍ਰੈਜ਼ੈਂਟ, ਪਾਸਟ ਤੇ ਫਿਊਚਰ। ਤਾਂ ਭਵਿੱਖਤ ਕਾਲ ਕੀ ਹੋ ਗਿਆ? ਤੁਹਾਡਾ ਫਿਊਚਰ ਹੋ ਗਿਆ। ਇਹ ਪ੍ਰੈਜ਼ੈਂਟ ਹੋ ਗਿਆ ਵਰਤਮਾਨ, ਤੇ ਭੂਤਕਾਲ ਕੀ ਹੋ ਗਿਆ? ਪਾਸਟ। ਠੀਕ ਹੈ, ਮੈਂ ਲਿਖ ਵੀ ਦਿੰਦਾ, ਕਈ ਵਾਰੀ ਅੰਗਰੇਜ਼ੀ ਦੇ ਬੱਚੇ ਹੈਗੇ ਉਹਨਾਂ ਨੂੰ ਨਹੀਂ ਪਤਾ ਲੱਗਦਾ। ਠੀਕ ਹੈ ਜੀ, ਇਹ ਹੈਗਾ ਜੀ ਤੁਹਾਡਾ ਪ੍ਰੈਜ਼ੈਂਟ, ਤੇ ਇਹ ਕੀ ਹੈਗਾ ਜੀ? ਤੁਹਾਡਾ ਫਿਊਚਰ। ਠੀਕ ਹੈ ਜੀ, ਤਾਂ ਚਲੋ ਚੱਲਦੇ ਹਾਂ। ਦੇਖੋ ਕੁਐਸਚਨ ਬਿਲਕੁਲ ਸਿੰਪਲ ਆਇਆ ਹੋਇਆ। ਕਾਲ ਕਿੰਨੇ ਤਰ੍ਹਾਂ ਦੇ ਹੁੰਦੇ ਆ? ਤਾਂ ਕਾਲ ਹੁੰਦੇ ਆ ਜੀ 3 ਤਰ੍ਹਾਂ ਦੇ। ਸਿੰਪਲ ਕੁਐਸਚਨ ਆਇਆ ਹੋਇਆ, ਬਟ ਕਈ ਵਾਰੀ ਕਈ ਬੁੱਕਸ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਨੂੰ ਡਿਟੇਲ 'ਚ ਨਹੀਂ ਮਿਲਦਾ, ਪਰ ਆਪਾਂ ਦੀ ਤਿਆਰੀ ਥੋੜੀ ਜੀ ਅਪ ਲੈਵਲ ਦੀ ਕਰਨੀ ਹੈ ਐਕਸਰਸਾਈਜ਼ ਵਾਸਤੇ ਜਾਂ ਵੀਡੀਓ ਵਾਸਤੇ। ਹੋ ਸਕਦਾ ਉਹਦੇ ਥੋੜਾ ਜਿਹਾ ਡਿਟੇਲ 'ਚ ਪੁੱਛ ਲੈਣ। ਤਾਂ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਜੀ ਆਪਾਂ ਭੂਤਕਾਲ ਦੀ। ਠੀਕ ਹੈ ਜੀ, ਭੂਤਕਾਲ ਕੀ ਹੁੰਦਾ ਰਾਜੇ? ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਸਟ। ਠੀਕ ਹੈ ਜੀ, ਕੀ ਕਹਿ ਦਿੰਦੇ ਆ? ਪਾਸਟ ਟੈਂਸ ਕਹਿ ਦਿੰਦੇ ਆ। ਕਹਿੰਦਾ ਜੀ ਵਾਕ ਦੇ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਾਉਂਦੀ ਆ ਉਸਨੂੰ ਆਪਾਂ ਕੀ ਕਹਿ ਦਾਂਗੇ ਰਾਜੇ? ਭੂਤਕਾਲ ਕਹਿ ਦਾਂਗੇ। ਹੁਣ ਜਿਵੇਂ ਮੰਨ ਲਓ ਆਪਾਂ ਕਹਿਤਾ ਕਿ ਪੀਟਰ+ ਬੋਰਡ ਨੇ 2021 ਦੇ ਵਿੱਚ ਕਲਰਕ ਦਾ ਪੇਪਰ ਲਿਆ ਸੀ, ਤਾਂ ਉਹ ਪੇਪਰ ਲਿਆ ਜਾ ਚੁੱਕਿਆ, ਮਤਲਬ ਉਹ ਬੀਤ ਚੁੱਕਿਆ ਸਮਾਂ। ਤਾਂ ਉਵੇਂ ਰਾਜੇ ਕਹਿੰਦਾ ਜੀ ਰੀਟਾ ਨੇ ਪਾਠ ਪੜ੍ਹਿਆ, ਜਾਦੂਗਰ ਨੇ ਜਾਦੂ ਦਿਖਾਇਆ। ਤੇ ਇਹਦੇ ਵਿੱਚ ਕੀ ਹੋ ਗਿਆ ਜੀ? ਸਮਾਂ ਬੀਤ ਚੁੱਕਿਆ, ਉਹਨੇ ਪਾਠ ਪਹਿਲਾਂ ਪੜ੍ਹ ਚੁੱਕੀ ਹੈ, ਜਾਦੂ ਉਹਨੇ ਦਿਖਾ ਚੁੱਕਿਆ ਹੈ। ਤਾਂ ਕਹਿੰਦਾ ਜੀ ਇਹਦੇ ਵਿੱਚ ਜਿਹੜੇ ਕਿਰਿਆ ਦੇ ਸ਼ਬਦ ਹੈਗੇ ਆ, ਕਹਿੰਦਾ ਜੀ ਬੀਤ ਚੁੱਕੇ ਸਮੇਂ ਦਾ ਅਰਥਾਤ ਭੂਤਕਾਲ ਦਾ ਗਿਆਨ ਕਰਾ ਰਹੇ ਆ। ਤੈਨੂੰ ਆਪਾਂ ਕੀ ਕਵਾਂਗੇ ਜੀ? ਭੂਤਕਾਲ, ਪਾਸਟ ਟੈਂਸ ਕਵਾਂਗੇ। ਪਰ ਆਪਾਂ ਇਹਨੂੰ ਥੋੜਾ ਜਿਹਾ ਹੋਰ ਡਿਟੇਲ 'ਚ ਪੜ੍ਹਦੇ ਹਾਂ, ਕਿਉਂਕਿ ਅੱਗੇ ਜਿਹੜਾ ਭੂਤਕਾਲ ਹੈਗਾ ਰਾਜੇ ਉਹਦੀਆਂ 5 ਕਿਸਮਾਂ ਹੋਰ ਹੁੰਦੀਆਂ। ਹੁਣ 5 ਕਿਸਮਾਂ ਕਿਹੜੀਆਂ ਹੁੰਦੀਆਂ? ਇੱਕ ਤਾਂ ਹੁੰਦਾ ਰਾਜੇ ਸਧਾਰਨ ਕਹਿ ਸਕਦੇ ਆਪਾਂ, ਜਾਂ ਉਹਨੂੰ ਕਹਿ ਸਕਦੇ ਹਾਂ ਅਨਿਸ਼ਚਿਤ। ਅਨਿਸ਼ਚਿਤ ਦਾ ਨਾਮ ਤੋਂ ਕਲੀਅਰ ਹੋ ਗਿਆ ਕਿ ਨਿਸ਼ਚਿਤ ਦਾ ਮਤਲਬ ਹੁੰਦਾ ਕੋਈ ਟਾਈਮ ਫਿਕਸ ਕੀਤਾ ਹੁੰਦਾ ਆਪਾਂ, ਪਰ ਅਨਿਸ਼ਚਿਤ ਦਾ ਮਤਲਬ ਹੁੰਦਾ ਕਿ ਟਾਈਮ ਫਿਕਸ ਨਹੀਂ ਹੈਗਾ। ਹੁਣ ਕਹਿੰਦਾ ਕੀ ਆ? ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇ ਕਿ ਕੰਮ ਬੀਤੇ ਸਮੇਂ ਵਿੱਚ ਹੋਇਆ ਹੈ, ਪਰ ਇਹ ਨਿਸ਼ਚਿਤ ਨਾ ਹੋਵੇ ਕਿ ਕੰਮ ਕਦੋਂ ਹੋਇਆ।
ਕਹਿਣ ਦਾ ਮਤਲਬ ਕੰਮ ਤਾਂ ਪਿਛਲੇ ਟਾਈਮ ਦੇ ਵਿੱਚ ਹੋਇਆ, ਪਾਸਟ ਦੇ ਵਿੱਚ ਹੋ ਚੁੱਕਿਆ, ਭੂਤਕਾਲ ਦੇ ਵਿੱਚ ਹੋ ਚੁੱਕਿਆ, ਪਰ ਟਾਈਮ ਨਹੀਂ ਪਤਾ ਵੀ ਕਦੋਂ ਹੋਇਆ। ਜਿਵੇਂ ਕਹਿੰਦਾ ਜੀ ਉਸਨੇ ਚਿੱਠੀ ਲਿਖੀ ਸੀ, ਹੁਣ ਇਹ ਨਹੀਂ ਪਤਾ ਉਹਨੇ ਸੋਮਵਾਰ ਲਿਖੀ, ਮੰਗਲਵਾਰ ਲਿਖੀ, ਬੁੱਧਵਾਰ ਲਿਖੀ, ਕਿਹੜੀ ਡੇਟ ਨੂੰ ਲਿਖੀ, ਕਿੰਨੇ ਵਜੇ ਲਿਖੀ, ਇਹ ਨਹੀਂ ਪਤਾ। ਕਹਿੰਦਾ ਜੀ ਸਵਰਨ ਨੇ ਗੀਤ ਗਾਇਆ, ਹੁਣ ਸਵਰਨ ਨੇ ਗੀਤ ਕਦੋਂ ਗਾਇਆ, ਸਵੇਰੇ ਗਾਇਆ, ਦੁਪਹਿਰੇ ਗਾਇਆ, ਸ਼ਾਮ ਨੂੰ ਗਾਇਆ, ਕਦੋਂ ਗਾਇਆ, ਕੱਲ ਗਾਇਆ, ਠੀਕ ਹੈ, ਇਹ ਆਪਾਂ ਨੂੰ ਨਹੀਂ ਪਤਾ। ਤਾਂ ਪਰ ਹੈ ਤਾਂ ਇਹ ਜਿਹੜਾ ਵਾਕ ਲਿਖਿਆ ਗਿਆ ਹੈਗਾ ਭੂਤਕਾਲ ਦੇ ਵਿੱਚ ਹੈ, ਪਰ ਕਿਹਦੇ ਵਿੱਚ ਹੈ, ਅਨਿਸ਼ਚਿਤ ਭੂਤਕਾਲ ਦੇ ਵਿੱਚ ਹੈ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਚਾਲੂ ਭੂਤਕਾਲ। ਚਾਲੂ ਦਾ ਮਤਲਬ ਹੁੰਦਾ ਜਿਹੜੀ ਚੀਜ਼ ਚੱਲ ਰਹੀ ਹੈ, ਠੀਕ ਹੈ ਜੀ। ਚਾਲੂ ਚਲਾਕ ਨੂੰ ਵੀ ਕਹਿ ਦਿੰਦੇ ਆ, ਠੀਕ ਹੈ, ਉਧਰ ਨਹੀਂ ਜਾਣਾਗਾ। ਪੰਜਾਬੀ ਦੇ ਵਿੱਚ ਦੋ ਮੀਨਿੰਗ ਵੀ ਹੋ ਸਕਦੇ ਆ। ਤਾਂ ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਚਾਲੂ ਹੋਇਆ ਹੈ, ਆਰੰਭ ਹੋਇਆ, ਪਰ ਹਜੇ ਤੱਕ ਖਤਮ ਨਹੀਂ ਹੋਇਆਗਾ। ਚਾਲੂ ਦਾ ਮਤਲਬ ਕੀ ਹੈ, ਸਟਾਰਟ ਹੋਇਆ। ਕਹਿੰਦਾ ਜੀ ਬੱਚੇ ਪਤੰਗ ਉਡਾ ਰਹੇ ਸਨ, ਮਤਲਬ ਕਿ ਬੱਚੇ ਪਤੰਗ ਉਡਾ ਰਹੇ ਸਨ, ਹਜੇ ਪਤਾ ਨਹੀਂ ਵੀ ਉਡਾਈ ਜਾਂਦੇ ਆ ਕਿ ਹਜੇ ਮਤਲਬ ਕਿ ਉਡਾਉਣੋਂ ਹਟ ਗਏ, ਕੀ ਪਤਾ ਉਡਾ ਰਹੇ ਹੋਣਗੇ। ਕਹਿੰਦਾ ਜੀ ਸਵਰਨ ਗੀਤ ਗਾ ਰਿਹਾ ਸੀ, ਠੀਕ ਹੈ ਜੀ, ਗਾ ਰਿਹਾ ਸੀ, ਬੰਦਾ ਉੱਥੋਂ ਆ ਗਿਆ, ਕੀ ਪਤਾ ਹਜੇ ਤੱਕ ਗਾ ਰਿਹਾ ਹੋਵੇ। ਤਾਂ ਕਹਿਣ ਦਾ ਮਤਲਬ ਕਿਰਿਆ ਦੇ ਕਹਿੰਦਾ ਜੀ ਕੰਮ ਬੀਤੇ ਸਮੇਂ ਵਿੱਚ ਚਾਲੂ ਸੀ ਪਰ ਅਜੇ ਖਤਮ ਨਹੀਂ ਹੋਇਆ, ਉਹਦਾ ਗਿਆਨ ਨਹੀਂ ਹੈਗਾ ਆਪਾਂ ਨੂੰ, ਤੁਹਾਨੂੰ ਆਪਾਂ ਕਹਿ ਦਾਂਗੇ ਜੀ ਚਾਲੂ ਭੂਤਕਾਲ। ਨੈਕਸਟ ਅਗਰ ਆਪਾਂ ਗੱਲ ਕਰੀਏ, ਕਹਿੰਦਾ ਜੀ ਪੂਰਨ ਭੂਤਕਾਲ, ਠੀਕ ਹੈ ਜੀ। ਹੁਣ ਪੂਰਨ ਦਾ ਮਤਲਬ ਕੀ ਹੁੰਦਾ, ਜਿਹਦੇ ਤੋਂ ਆਪਾਂ ਨੂੰ ਸ਼ੋਰਟੀ ਹੋਵੇ। ਪੂਰਨ ਦਾ ਮਤਲਬ ਹੁੰਦਾ ਕਿ ਪੂਰਾ ਸੰਪੂਰਨ ਹੈ, ਮਤਲਬ ਕਿ ਪੂਰਾ ਆਪਣੇ ਆਪ ਦੇ ਵਿੱਚ 100% ਹੈ। ਤਾਂ ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਪੂਰਾ ਹੋ ਚੁੱਕਿਆ ਸੀ। ਤਾਂ ਕਹਿੰਦਾ ਮਤਲਬ ਇਹ 101% ਕਲੀਅਰ ਹੈ ਕਿ ਕੰਮ ਹੋ ਚੁੱਕਿਆ ਸੀ, ਮਤਲਬ ਪੂਰਾ ਭੂਤਕਾਲ ਦੇ ਵਿੱਚ ਹੈ। ਜਿਵੇਂ ਕਹਿੰਦਾ ਜੀ ਸੂਰਜ ਡੁੱਬ ਚੁੱਕਾ ਸੀ, ਮਤਲਬ ਕਿ ਸ਼ਾਮ ਹੋ ਗਈ ਸੀਗੀ। ਸਵਰਨ ਗੀਤ ਗਾ ਚੁੱਕਿਆ ਸੀ, ਮੈਂ ਰੋਟੀ ਖਾ ਚੁੱਕਿਆ ਸੀ, ਠੀਕ ਹੈ ਜੀ। ਕਹਿਣ ਦਾ ਮਤਲਬ ਕਿ ਮੈਂ ਰੋਟੀ ਖਾ ਲਈ, ਮੈਂ ਖਾ ਨਹੀਂ ਰਿਹਾ, ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ, ਪੂਰਨ ਭੂਤਕਾਲ ਦੇ ਵਿੱਚ ਹੋ ਗਿਆ। ਨੈਕਸਟ ਗੱਲ ਕਰੀਏ, ਕਹਿੰਦਾ ਜੀ ਪੂਰਨ ਚਾਲੂ ਭੂਤਕਾਲ। ਇਹਦੇ ਵਿੱਚ ਪੂਰਨ ਵੀ ਆ ਗਿਆ, ਪਲੱਸ ਚਾਲੂ ਵੀ ਹੋ ਗਿਆ, ਪਲੱਸ ਭੂਤਕਾਲ ਵੀ ਹੋ ਗਿਆ। ਤਾਂ ਦੋਨੇ ਕੀ ਹੋ ਗਏ, ਮਿਕਸ ਹੋ ਗਈ। ਤਾਂ ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਸ਼ੁਰੂ ਹੋਇਆ ਅਤੇ ਹੁਣ ਤੱਕ ਹੋ ਰਿਹਾ ਹੋਵੇਗਾ, ਪਰ ਹੁਣ ਖਤਮ ਹੋ ਗਿਆ ਹੈ। ਕਹਿਣ ਦਾ ਮਤਲਬ ਕੀ ਹੈ ਕਿ ਇਹ ਵੀ ਪਤਾ ਕਿ ਕੰਮ ਆਰੰਭ ਹੋਇਆ ਸੀਗਾ, ਇਹ ਵੀ ਪਤਾ ਕਿ ਕੰਮ ਹੋ ਰਿਹਾ ਹੈ, ਤੇ ਇਹ ਹੁਣ ਆਪਾਂ ਇੱਕ ਆਈਡੀਆ ਲਗਾ ਸਕਦੇ ਹਾਂ, ਅਨੁਮਾਨ ਲਗਾ ਸਕਦੇ ਹਾਂ ਕਿ ਹੁਣ ਖਤਮ ਹੋ ਗਿਆ ਹੋਊਗਾ। ਜਿਵੇਂ ਕਹਿੰਦਾ ਜੀ ਰਾਣੀ ਸਵੇਰ ਤੋਂ ਗਾ ਰਹੀ ਸੀ, ਤਾਂ ਮੈਂ ਸ਼ਾਮ ਨੂੰ ਆ ਕੇ ਕਿਸੇ ਬੰਦੇ ਨੂੰ ਕਿਹਾ ਯਾਰ ਰਾਣੀ ਸਵੇਰ ਤੋਂ ਗਾ ਰਹੀ ਸੀਗੀ, ਤਾਂ ਸਵੇਰ ਤੋਂ ਅਗਰ ਗਾ ਰਹੀ ਹੈ ਤਾਂ ਹੈ ਨਹੀਂ ਵੀ ਸ਼ਾਮ ਤੱਕ ਗਾਉਂਦੀ ਰਹੂਗੀ ਉਹ, ਮਤਲਬ ਕਿ ਉਹ ਕੰਮ ਸ਼ੁਰੂ ਹੋਣ ਦਾ ਪਤਾ ਲੱਗ ਗਿਆ ਵੀ ਸਵੇਰ ਤੋਂ ਸ਼ੁਰੂ ਹੋਇਆ। ਇਹ ਵੀ ਪਤਾ ਲੱਗ ਗਿਆ ਵੀ ਗਾ ਰਹੀ ਸੀ, ਮਤਲਬ ਭੂਤਕਾਲ ਦੇ ਵਿੱਚ ਹੈ, ਪਰ ਇਹ ਜਿਵੇਂ ਵੀ ਨਾਲ ਚੱਲ ਵੀ ਰਿਹਾ, ਠੀਕ ਹੈ, ਮਤਲਬ ਸਵੇਰ ਤੋਂ ਗਾ ਰਹੀ ਹੈ, ਤਾਂ ਹੁਣ ਤੱਕ ਕੀ ਹੋ ਗਿਆ, ਖਤਮ ਹੋ ਚੁੱਕਿਆ ਹੋਊਗਾ, ਪਰ ਇਹ ਮਤਲਬ ਕਿ ਪੂਰਾ ਆਪਾਂ ਨੂੰ ਨਿਸ਼ਚਿਤ ਨਹੀਂ ਹੈਗਾ। ਕਹਿੰਦਾ ਜੀ ਮੈਂ ਸਵੇਰ ਤੋਂ ਸਫ਼ਰ ਕਰ ਰਹੀ ਸੀ, ਮਤਲਬ ਸਵੇਰ ਤੋਂ ਕਰ ਰਹੀ ਸੀ ਸਫ਼ਰ, ਹੁਣ ਮੈਂ ਘਰੇ ਆ ਗਈ, ਠੀਕ ਹੈ, ਘਰੇ ਆ ਗਈ का ਮਤਲਬ ਕਿ ਹੁਣ ਤਾਂ ਉਹ ਚੀਜ਼ ਖਤਮ ਹੋ ਗਈ ਨਾ, ਕਿ ਮੈਂ ਸਵੇਰ ਤੋਂ ਸਫ਼ਰ ਕਰ ਤਾਂ ਰਹੀ ਸੀ ਪਰ ਹੁਣ ਘਰੇ ਆ ਗਈ, ਮਤਲਬ ਸਫ਼ਰ ਕੀ ਹੋ ਗਿਆ, ਮੇਰਾ ਖਤਮ ਹੋ ਗਿਆ। ਤੇ ਇਹਨੂੰ ਕਹਿ ਦਾਂਗੇ ਆਪਾਂ ਪੂਰਨ ਚਾਲੂ ਭੂਤਕਾਲ। ਅਗਲਾ ਆ ਗਿਆ ਜੀ ਸ਼ਰਤੀ ਭੂਤਕਾਲ। ਸ਼ਰਤੀ ਦਾ ਮਤਲਬ ਹੁੰਦਾ ਜਦੋਂ ਆਪਾਂ ਕੋਈ ਨਾ ਕੋਈ ਕੰਡੀਸ਼ਨ ਰੱਖ ਦਿੰਦੇ ਆ ਕਿਸੇ ਸਾਹਮਣੇ, ਆਪਾਂ ਕਹਿ ਦਿੰਦੇ ਯਾਰ ਜੇ ਤੂੰ ਮੇਰੇ ਨਾਲ ਫਿਲਮ ਦੇਖਣ ਜਾਏਗਾ ਮੈਂ ਤਾਂ ਤੇਰੇ ਨਾਲ ਕੱਲ ਚੱਲੂਗਾ ਕਾਲਜ, ਠੀਕ ਹੈ। ਤਾਂ ਪੁਰਾਣੇ ਟਾਈਮ ਤੇ ਆਪਾਂ ਦੋਸਤਾਂ ਨਾਲ ਇਦਾਂ ਹੀ ਸ਼ਰਤਾਂ ਰੱਖਦੇ ਹੁੰਦੇ ਸੀਗੇ। ਤਾਂ ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਕਿਸੇ ਨਾ ਕਿਸੇ ਸ਼ਰਤ ਤੇ ਹੋਣਾ ਸੀਗਾ, ਤਾਂ ਸ਼ਰਤ ਤੇ ਹੋਣਾ ਸੀ। ਕਹਿੰਦਾ ਜੇ ਤੂੰ ਮਿਹਨਤ ਨਾ ਕਰਦਾ ਤਾਂ ਤੂੰ ਪਾਸ ਨਹੀਂ ਸੀ ਹੋਣਾ। ਤਾਂ ਕਹਿੰਦਾ ਸ਼ਰਤ ਕੀ ਸੀਗੀ, ਮਿਹਨਤ। ਜੇ ਉਹ ਮਿਹਨਤ ਨਾ ਕਰਦਾ ਤਾਂ ਫੇਲ ਹੋ ਜਾਂਦਾ, ਪਰ ਉਹਨੇ ਕਰ ਲਈ ਮਿਹਨਤ ਤਾਂ ਉਹ ਕੀ ਆ, ਪਾਸ ਹੋ ਗਿਆ। ਕਹਿੰਦਾ ਜੇ ਕੁਲਵੰਤ ਸੰਗੀਤ ਸਿੱਖਦਾ ਤਾਂ ਉਹ ਵੀ ਗਾ ਲੈਂਦਾ। ਤਾਂ ਕਹਿਣ ਦਾ ਮਤਲਬ ਜੇ ਉਹਨੇ ਪਿਛਲੇ ਟਾਈਮ ਦੇ ਵਿੱਚ ਕੁਝ ਸਿੱਖਿਆ ਹੁੰਦਾ ਤਾਂ ਅੱਜ ਉਹ ਵੀ ਗਾਉਂਦਾ ਹੁੰਦਾ, ਪਰ ਉਹਨੇ ਕੋਈ ਸਿੱਖਿਆ ਹੀ ਨਹੀਂਗਾ, ਉਹ ਵਿਹਲੜ ਸੀਗਾ। ਤਾਂ ਕਹਿਣ ਦਾ ਮਤਲਬ ਇਹ ਕੀ ਹੋ ਗਿਆ, ਤੁਹਾਡਾ ਸ਼ਰਤੀ ਭੂਤਕਾਲ ਹੋ ਗਿਆ। ਤਾਂ ਆਈ ਹੋਪ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ ਰਾਜੇ। ਵੈਸੇ ਬਹੁਤ ਡਿਟੇਲ 'ਚ ਮੈਂ ਕਰਵਾ ਰਿਹਾ, ਪਰ ਇਹ ਹੋ ਸਕਦਾ ਵੀ ਤੁਹਾਨੂੰ ਕਿਸੇ ਨਾ ਕਿਸੇ ਪੇਪਰ ਵਿੱਚ ਦੇਖਣ ਨੂੰ ਮਿਲੇ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਦੂਜੀ ਟਾਈਪ ਦੀ ਗੱਲ ਕਰਦੇ ਹਾਂ, ਵਰਤਮਾਨ ਦੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਿਹੜਾ ਇਸ ਟਾਈਮ ਚੱਲ ਰਿਹਾ ਹੈ, ਠੀਕ ਹੈ ਜੀ, ਪ੍ਰੈਜ਼ੈਂਟ ਟੈਂਸ ਕਹਿੰਦੇ ਤੁਸੀਂ ਇਹਨੂੰ। ਕਹਿੰਦਾ ਜੀ ਵਾਕ ਦੇ ਵਿੱਚ ਜਿਹੜੀ ਕਿਰਿਆ ਮੌਜੂਦਾ ਭਾਵ ਚੱਲ ਰਹੇ ਸਮੇਂ ਦਾ ਗਿਆਨ ਕਰਾਉਂਦੀ ਹੈ ਉਹਨੂੰ ਕਹਿ ਦਿੰਦੇ ਆਪਾਂ ਜੀ ਵਰਤਮਾਨ। ਜਿਵੇਂ ਰੀਟਾ ਪਾਠ ਪੜ੍ਹਦੀ ਹੈ, ਜਾਦੂਗਰ ਜਾਦੂ ਦਿਖਾਉਂਦਾ ਹੈ, ਤਾਂ ਕਹਿਣ ਦਾ ਮਤਲਬ ਕੰਮ ਚੱਲ ਰਿਹਾ ਹੈ। ਤਾਂ ਕਹਿਣ ਦਾ ਮਤਲਬ ਕਿੱਥੇ ਹੈ ਜੀ, ਵਰਤਮਾਨ ਕਾਲ ਦੇ ਵਿੱਚ ਹੈ। ਹੁਣ ਅੱਗੇ ਇਹਦੀਆਂ ਵੀ 6 ਕਿਸਮਾਂ ਹੈ ਰਾਜੇ। ਪਹਿਲੀ ਤਾਂ ਸੇਮ ਹੀ ਹੈ ਜੀ, ਸਧਾਰਨ ਤੇ ਅਨਿਸ਼ਚਿਤ ਵਰਤਮਾਨ ਕਾਲ। ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਰੋਜ਼ ਹੁੰਦਾ ਹੈ। ਜਿਵੇਂ ਮੈਂ ਰੋਟੀ ਖਾਂਦਾ ਹਾਂ ਤਾਂ ਆਪਾਂ ਰੋਜ਼ ਰੋਟੀ ਖਾਂਦੇ ਹਾਂ। ਕਹਿੰਦਾ ਜੀ ਰਾਜੂ ਤੇ ਮੀਤ ਗੀਤ ਗਾਉਂਦੇ ਹਨ, ਤਾਂ ਰੋਜ਼ ਡੇਲੀ ਪ੍ਰੇਅਰ ਦੇ ਵਿੱਚ ਗੀਤ ਗਾਉਂਦੇ ਉਹ। ਕਹਿੰਦਾ ਜੀ ਉਹ ਸਕੂਲ ਜਾਂਦਾ ਹੈ, ਮਤਲਬ ਕਿ ਰੋਜ਼ ਸਕੂਲ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਕੀ ਹੈ ਜੀ, ਇਹ ਨਹੀਂ ਪਤਾ ਵੀ ਕਦੋਂ ਸਕੂਲ ਜਾਂਦਾ, ਪਰ ਜਾਂਦਾ ਹੈ। ਇਹ ਨਹੀਂ ਪਤਾ ਰੋਟੀ ਕਿੰਨੇ ਵਜੇ ਖਾਂਦਾ, 10 ਵਜੇ, 11 ਵਜੇ, 1 ਵਜੇ, ਕਦੋਂ ਖਾਂਦਾ, ਤਾਂ ਖਾਂਦਾ ਜ਼ਰੂਰ ਆ ਰੋਟੀ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ, ਸਧਾਰਨ ਵਰਤਮਾਨ ਕਾਲ ਹੋ ਗਿਆ।
ਨੈਕਸਟ ਆ ਗਿਆ ਜੀ ਚਾਲੂ ਵਰਤਮਾਨ ਕਾਲ। ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ ਅਤੇ ਖਤਮ ਨਹੀਂ ਹੋਇਆ, ਚੱਲ ਰਿਹਾ ਪਰ ਖਤਮ ਨਹੀਂ ਹੋਇਆ। ਕਹਿੰਦਾ ਰਾਜੂ ਗੀਤ ਗਾ ਰਿਹਾ ਹੈ, ਤਾਂ ਗਾਈ ਜਾਂਦਾ ਭਾਈ, ਹਜੇ ਖਤਮ ਨਹੀਂ ਹੋਇਆ। ਹਵਾ ਚੱਲ ਰਹੀ ਹੈ, ਹਵਾ ਚੱਲੀ ਜਾਂਦੀ ਹੈ, ਹਜੇ ਰੁਕੀ ਨਹੀਂ ਹੈਗੀ। ਤਾਂ ਕਹਿਣ ਦਾ ਮਤਲਬ ਕੰਮ ਹੋ ਤਾਂ ਵਰਤਮਾਨ ਸਮੇਂ 'ਚ ਰਿਹਾ ਹੈ ਪਰ ਹਜੇ ਕੀ ਹੈ, ਚੱਲ ਰਿਹਾ ਹੈ। ਠੀਕ ਹੈ, ਉਹਨੂੰ ਕਹਿ ਦਾਂਗੇ ਚਾਲੂ ਵਰਤਮਾਨ ਕਾਲ। ਅੱਗੇ ਆ ਗਿਆ ਜੀ ਪੂਰਨ ਵਰਤਮਾਨ ਕਾਲ। ਕਹਿਣ ਦਾ ਮਤਲਬ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਚੁੱਕਾ ਹੈ, ਜਿੱਥੋਂ ਆਪਾਂ ਨੂੰ ਪੂਰਨ ਗਿਆਨ ਹੋ ਜੇ। ਰਾਜੂ ਗੀਤ ਗਾ ਚੁੱਕਾ ਹੈ, ਉਹ ਦਿੱਲੀ ਤੋਂ ਆ ਗਿਆ ਹੈ। ਤਾਂ ਕਹਿਣ ਦਾ ਮਤਲਬ ਇਹ ਵਰਤਮਾਨ ਦੇ ਵਿੱਚ ਹੀ ਆਇਆ, ਮਤਲਬ ਅੱਜ ਹੀ ਆਇਆ। ਉਹ ਦਿੱਲੀ ਤੋਂ ਆ ਗਿਆ ਹੈ, ਰਾਜੂ ਗੀਤ ਗਾ ਚੁੱਕਿਆ ਹੈ, ਮੈਂ ਰੋਟੀ ਖਾ ਚੁੱਕਿਆ ਹਾਂ। ਠੀਕ ਹੈ ਜੀ, ਇਹ ਚੀਜ਼ਾਂ ਕੀ ਹੋ ਗਈਆਂ ਤੁਹਾਡੀਆਂ ਪੂਰਨ ਵਰਤਮਾਨ ਕਾਲ ਦੇ ਵਿੱਚ ਆਉਂਦੀਆਂ ਨੇ। ਅੱਗੇ ਆ ਗਿਆ ਜੀ ਕਹਿੰਦਾ ਪੂਰਨ ਵੀ ਹੈ, ਚਾਲੂ ਵੀ ਹੈ ਤੇ ਨਾਲ ਵਰਤਮਾਨ ਵੀ ਹੈ। ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਚੱਲੀ ਜਾ ਰਿਹਾ ਹੈ। ਜਿਵੇਂ ਪਰ ਜਿਹੜਾ ਬੀਤਾ ਸਮੇਂ ਦਾ ਮਤਲਬ ਇਹ ਨਹੀਂ ਹੈਗਾ ਕਿ ਪਾਸਟ, ਬੀਤੇ ਦਾ ਮਤਲਬ ਕਿ ਅੱਜ ਦੀ ਗੱਲ ਕਰ ਰਹੇ ਹਾਂ, ਆਪਾਂ ਅੱਜ ਦੇ ਡੇ ਦੀ ਗੱਲ ਕਰ ਰਹੇ ਹਾਂ। ਕਹਿੰਦਾ ਜੀ ਉਹ 2 ਘੰਟਿਆਂ ਤੋਂ ਇੰਤਜ਼ਾਰ ਕਰ ਰਿਹਾ ਹੈ। 2 ਘੰਟੇ ਮਤਲਬ ਕਿ ਟੂਡੇ, ਅੱਜ ਦਾ ਦਿਨ ਹੈ। ਠੀਕ ਹੈ, ਪਿੱਛੇ ਚਲੇ ਜਾਵਾਂਗੇ ਤਾਂ ਭੂਤਕਾਲ ਬਣ ਜੂਗਾ, ਪਰ ਆਪਾਂ ਵਰਤਮਾਨ ਕਾਲ ਦੀ ਗੱਲ ਕਰਦੇ ਹਾਂ। ਮੈਂ ਸਵੇਰ ਤੋਂ ਸਫ਼ਰ ਕਰ ਰਹੀ ਹਾਂ, ਮਤਲਬ ਮੈਂ ਹਜੇ ਸਫ਼ਰ ਕਰੀ ਜਾ ਰਹੀ ਹਾਂ ਲੇਕਿਨ ਸਵੇਰ ਤੋਂ ਕਰ ਰਹੀ ਹਾਂ। ਜੇ ਮੈਂ ਕੱਲ ਤੋਂ ਕਹਿ ਦਿੰਦੀ ਤਾਂ ਭੂਤਕਾਲ 'ਚ ਚਲਾ ਜਾਂਦਾ। ਨੈਕਸਟ ਗੱਲ ਕਰਦੇ ਹਾਂ ਜੀ ਸ਼ਰਤੀ ਵਰਤਮਾਨ ਕਾਲ। ਤਾਂ ਗੱਲ ਉਹੀ ਵੀ ਕੋਈ ਨਾ ਕੋਈ ਸ਼ਰਤ ਰੱਖੀ ਜਾਊਗੀ। ਠੀਕ ਹੈ ਜੀ, ਕਹਿੰਦਾ ਜੇ ਤੁਸੀਂ ਉਸ ਨੂੰ ਕੋਈ ਗੀਤ ਸਿਖਾਓ ਤਾਂ ਉਹ ਵੀ ਗਾ ਸਕਦਾ ਹੈ। ਮਤਲਬ ਕਿ ਜੇ ਅੱਜ ਦੀ ਗੱਲ ਕਰ ਰਹੇ ਹਾਂ, ਜੇ ਤੁਸੀਂ ਗੀਤ ਸਿਖਾ ਦਿਓ ਤਾਂ ਉਹ ਵੀ ਇਨ ਫਿਊਚਰ ਜਾ ਕੇ ਗਾਊਗਾ। ਕਹਿੰਦਾ ਜੇ ਤੁਸੀਂ ਕੁਝ ਮੇਰੀ ਮਦਦ ਕਰੋ ਤਾਂ ਮੈਂ ਉੱਥੇ ਜਾ ਸਕਦਾ ਹਾਂ। ਤਾਂ ਜੇ ਕਹਿੰਦਾ ਵੀ ਤੁਸੀਂ ਮੈਨੂੰ ਥੋੜੇ ਬਹੁਤੇ ਪੈਸੇ ਦੇ ਦਿਓ, ਮੈਂ ਵੀ ਚਲਾ ਜਾਊਂਗਾ ਕਿਤੇ ਨਾ ਕਿਤੇ, ਜਾਣਾ ਚਾਹੁੰਦਾ ਜਿੱਥੇ। ਠੀਕ ਹੈ ਜੀ, ਤਾਂ ਕਹਿਣ ਦਾ ਮਤਲਬ ਕਿਸੇ ਨਾ ਕਿਸੇ ਸ਼ਰਤ ਦੇ ਉੱਤੇ ਕੰਮ ਹੋ ਰਿਹਾ ਹੋ। ਜਾਂ ਤੁਹਾਨੂੰ ਮੈਂ ਜੇ ਕਹਿਦਾ ਤੁਸੀਂ ਮਿਹਨਤ ਕਰੋਗੇ ਤਾਂ ਪੱਕਾ P++ ਬੋਰਡ ਦਾ ਪੇਪਰ ਕਲੀਅਰ ਕਰ ਲਓਗੇ, ਤਾਂ ਤੁਸੀਂ ਹਜੇ ਕਲੀਅਰ ਕਰੋਗੇ ਹਨਾ, ਪਰ ਤੁਸੀਂ ਅੱਜ ਜੇ ਮਿਹਨਤ ਕਰੋਗੇ ਤਾਂ ਉਹ ਵੀ ਕੀ ਹੋ ਗਿਆ, ਤੁਹਾਡਾ ਸ਼ਰਤੀਏ ਵਰਤਮਾਨ ਕਾਲ ਹੋ ਗਿਆ। ਅਗਲਾ ਆ ਗਿਆ ਰਾਜੇ ਦੇ ਵਿੱਚ ਇੱਕ ਖਾਸ ਕਿਸਮ ਆਉਂਦੀ ਆ ਹੁਕਮੀ ਵਰਤਮਾਨ ਕਾਲ। ਹੁਕਮ ਦਾ ਮਤਲਬ ਕੀ ਹੁੰਦਾ, ਆਰਡਰ ਦੇਣਾ। ਠੀਕ ਹੈ ਜੀ, ਜਿਵੇਂ ਆਪਾਂ ਕਹਿ ਸਕਦੇ ਹਾਂ ਕਹਿੰਦਾ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਰਤਮਾਨ ਸਮੇਂ ਵਿੱਚ ਕੰਮ ਕਰਨ ਲਈ ਦਿੱਤਾ ਗਿਆ ਹੈ। ਕਹਿੰਦਾ ਤੁਸੀਂ ਦਫ਼ਤਰ ਜਾਓ, ਦਫ਼ਤਰ ਜਾਓ ਮਤਲਬ ਕਿ ਗਰੀਬਾਂ ਦੀ ਮਦਦ ਕਰੋ। ਜਾਂ ਆਪਾਂ ਕਹਿ ਸਕਦੇ ਹਾਂ ਵੀ ਤੁਸੀਂ ਕੱਲ ਇਹ 100 ਕੁਐਸਚਨ ਕਰਕੇ ਲੈ ਕੇ ਆਓ, ਤਾਂ ਤੁਹਾਨੂੰ ਕੰਮ ਦਿੱਤਾ ਗਿਆ। ਤਾਂ ਕਹਿੰਦਾ ਮਤਲਬ ਕੋਈ ਨਾ ਕੋਈ ਸ਼ਰਤ ਦਿੱਤੀ ਗਈ ਹੈ। ਠੀਕ ਹੈ ਜੀ, ਤੁਸੀਂ ਦਫ਼ਤਰ ਜਾਣਾ ਹੀ ਜਾਣਾ, ਤੁਸੀਂ ਗਰੀਬਾਂ ਦੀ ਮਦਦ ਕਰਨੀ ਹੀ ਕਰਨੀ ਹੈ। ਤਾਂ ਕਹਿੰਦਾ ਮਤਲਬ ਇਹਨੂੰ ਕਹਿ ਦਿੰਦੇ ਆ ਜੀ ਹੁਕਮੀ ਵਰਤਮਾਨ ਕਾਲ। ਤਾਂ 2 ਟਾਈਪ ਕਲੀਅਰ ਹੋ ਗਈਆਂ। ਲਾਸਟ ਹੈਗਾ ਜੀ ਆਪਣਾ ਫਿਊਚਰ। ਤਾਂ ਫਿਊਚਰ ਆਪਣਾ ਤੁਹਾਡਾ ਆਪਦੇ ਹੱਥ ਵਿੱਚ ਹੈ, ਤੁਸੀਂ ਉਹਨੂੰ ਸਪੋਇਲ ਕਰਨਾ ਹੈ, ਤੁਸੀਂ ਉਹਨੂੰ ਬਣਾਉਣਾ ਹੈ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਰਾਜੇ ਪਲੀਜ਼ ਸਹੀ ਟਰੈਕ ਤੇ ਪੜੋ ਤੇ ਪੜ੍ਹ ਕੇ ਆਪਣੀਆਂ ਨੌਕਰੀਆਂ ਲਓ ਤੇ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰੋ। ਠੀਕ ਹੈ ਜੀ, ਕਹਿੰਦਾ ਵਾਕ ਦੇ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਅਰਥਾਤ ਭਵਿੱਖ ਦਾ ਗਿਆਨ ਕਰਾਉਂਦੀ ਹੈ ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਭਵਿੱਖਤ ਕਾਲ ਕਹਿੰਦੇ ਆ। ਰੀਟਾ ਪਾਠ ਪੜ੍ਹੇਗੀ, ਜਾਦੂਗਰ ਜਾਦੂ ਦਿਖਾਏਗਾ, ਮੇਰੇ ਬੱਚੇ ਨੌਕਰੀ ਲੈਣਗੇ। ਕਹਿਣ ਦਾ ਮਤਲਬ ਜਿਹੜੇ ਮੇਰੇ ਕੋਲ ਪੜ੍ਹ ਰਹੇ ਆ ਪਰਮਾਤਮਾ ਕਿਰਪਾ ਕਰਨਗੇ, ਉਹਨਾਂ ਦੀ ਮਿਹਨਤ ਸਫਲ ਹੋਊਗੀ ਤੇ ਉਹ ਨੌਕਰੀ ਲੈਣਗੇ। ਤਾਂ ਹਜੇ ਫਿਊਚਰ 'ਚ ਲੈਣਗੇ। ਠੀਕ ਹੈ, ਕੁਝ ਲੈ ਚੁੱਕੇ ਆ, ਉਹ ਬੀਤ ਗਿਆ ਸਮਾਂ। ਕੁਛ ਪੜ੍ਹ ਰਹੇ ਨੇ, ਉਹ ਵਰਤਮਾਨ 'ਚ ਪੜ੍ਹ ਰਹੇ ਨੇ ਤੇ ਅੱਗੇ ਜਾ ਕੇ ਭਵਿੱਖ ਦੇ ਵਿੱਚ ਕੀ ਕਰਨਗੇ, ਉਹ ਪੱਕਾ ਨੌਕਰੀ ਲੈਣਗੇ। ਤਾਂ ਗੱਲ ਕਰਦੇ ਆ ਜੀ ਇਹਦੀਆਂ ਵੀ 5 ਕਿਸਮਾਂ ਹੈਗੀਆਂ। ਸੇਮ ਅਨਿਸ਼ਚਿਤ ਭਵਿੱਖਤ ਕਾਲ। ਅਨਿਸ਼ਚਿਤ ਮਤਲਬ ਕੀ ਆ, ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਪਰ ਹਜੇ ਨਿਸ਼ਚਿਤ ਸਮਾਂ ਨਹੀਂ। ਕਹਿੰਦਾ ਜੀ ਮੈਂ ਚਿੱਠੀ ਲਿਖਾਂਗਾ, ਮੈਂ ਸਕੂਲ ਜਾਵਾਂਗਾ ਪਰ ਹਜੇ ਇਹ ਕਲੀਅਰ ਨਹੀਂ ਹੈਗਾ। ਜਾਂ ਮੈਂ ਕਹੂੰਗਾ ਮੈਂ ਦਿੱਲੀ ਜਾਵਾਂਗਾ ਪਰ ਇਹ ਨਹੀਂ ਪਤਾ ਮੈਂ ਕੱਲ ਜਾਊਂ, ਪਰਸੋਂ ਜਾਊਂ, ਕਦੋਂ ਜਾਊਂ, ਇਹ ਨਹੀਂ ਪਤਾ ਹੈਗਾ। ਠੀਕ ਹੈ ਜੀ, ਜਾਂ ਆਪਾਂ ਕਹਿ ਸਕਦੇ ਹਾਂ ਮੈਂ ਪੱਕਾ ਪੇਪਰ ਕਲੀਅਰ ਕਰਾਂਗਾ, ਮੈਂ ਨੌਕਰੀ ਲੱਗਾਂਗਾ, ਪਰ ਲੱਗੂੰਗਾ ਜ਼ਰੂਰ, ਪਰ ਇਹ ਨਹੀਂ ਪਤਾ ਵੀ ਮੈਂ ਕਦੋਂ ਲੱਗੂੰਗਾ। ਵੀ ਹੋ ਸਕਦਾ ਮੈਂ ਅਗਲੇ ਸਾਲ ਲੱਗ ਜਾ, ਹੋ ਸਕਦਾ ਇਸੇ ਸਾਲ ਲੱਗ ਜਾ, ਹੋ ਸਕਦਾ ਕੱਲ ਲੱਗ ਜਾ। ਠੀਕ ਹੈ ਜੀ, ਤਾਂ ਕਹਿਣ ਦਾ ਮਤਲਬ ਇਹਦੇ ਵਿੱਚ ਕੀ ਆ, ਸਮਾਂ ਫਿਕਸ ਨਹੀਂ ਹੈਗਾ। ਚਾਲੂ ਭਵਿੱਖਤ ਕਾਲ। ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਆਰੰਭ ਹੋ ਕੇ ਜਾਰੀ ਰਹੂਗਾ। ਤਾਂ ਮਤਲਬ ਟਾਈਮ ਪਤਾ ਲੱਗ ਜੂਗਾ। ਕਹਿੰਦਾ ਜੀ ਅਸੀਂ ਦਿੱਲੀ ਜਾ ਰਹੇ, ਟਾਈਮ ਨਹੀਂ ਸੌਰੀ, ਇਹ ਪਤਾ ਲੱਗ ਜੂਗਾ ਵੀ ਉਹ ਕੰਮ ਸਟਾਰਟ ਹੋਊਗਾ। ਹੁਣ ਜਿਵੇਂ ਮੰਨ ਲਓ ਮੈਂ ਪਲਾਨ ਬਣਾ ਲਿਆ, ਮਤਲਬ ਕਿ ਘੁੰਮਣ ਦਾ ਪਲਾਨ ਬਣਾ ਲਿਆ, ਮੈਂ ਫਿਲਮ ਦੇਖਣ ਜਾਵਾਂਗਾ, ਜਾ ਰਿਹਾ ਹੋਵਾਂਗਾ। ਠੀਕ ਹੈ, ਮੈਂ ਫਿਲਮ ਦੇਖਣ ਜਾ ਰਿਹਾ ਹੋਵਾਂਗਾ, ਤਾਂ ਮਤਲਬ ਕੱਲ ਜਾਂ ਪਰਸੋਂ ਮੈਂ ਫਿਲਮ ਦੇਖਣ ਜਾਵਾਂਗਾ ਪੱਕਾ। ਤਾਂ ਅਸੀਂ ਦਿੱਲੀ ਜਾ ਰਹੇ ਹੋਵਾਂਗੇ, ਰਾਜੂ ਗੀਤ ਗਾ ਰਿਹਾ ਹੋਵੇਗਾ। ਤਾਂ ਹਜੇ ਆਪਾਂ ਨੂੰ ਇਹ ਪਤਾ ਲੱਗ ਗਿਆ। ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗਿਆ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਆਰੰਭ ਹੋਣਾ ਜ਼ਰੂਰ ਹੈ ਪਰ ਜਾਰੀ ਰਹੇਗਾ। ਠੀਕ ਹੈ ਜੀ, ਆਪਾਂ ਨੂੰ ਇਹ ਮਤਲਬ ਕਿ ਪਤਾ ਹੈ ਕਿ ਉਹ ਚੀਜ਼ ਹੋਊਗੀ, ਤਾਂ ਉਹਨੂੰ ਕਹਿ ਦਿੰਦੇ ਆ ਚਾਲੂ ਭਵਿੱਖਤ ਕਾਲ। ਅੱਗੇ ਆ ਗਿਆ ਜੀ ਪੂਰਨ, ਜਿਹਦੇ ਵਿੱਚ ਪੂਰਨ ਗਿਆਨ ਹੋਵੇ। ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਪੂਰਾ ਹੋ ਚੁੱਕਾ ਹੋਵੇਗਾ।
ਤਾਂ ਕਹਿਣ ਦਾ ਮਤਲਬ ਰਾਜੂ ਗੀਤ ਗਾ ਚੁੱਕਿਆ ਹੋਊਗਾ, ਅਸੀਂ ਦਿੱਲੀ ਜਾ ਚੁੱਕੇ ਹੋਵਾਂਗੇ, ਉਹ ਸਕੂਲੋਂ ਆ ਗਿਆ ਹੋਵੇਗਾ, ਮੈਂ ਰੋਟੀ ਖਾ ਚੁੱਕਿਆ ਹੋਵਾਂਗਾ, ਮਤਲਬ ਹਜੇ ਖਾਧੀ ਨਹੀਂ ਪਰ ਮੈਂ ਖਾਵਾਂਗਾ, ਹੋ ਸਕਦਾ ਮੈਂ ਅਗਲੇ 2 ਘੰਟੇ ਤੱਕ ਰੋਟੀ ਖਾ ਲਈ ਹੋਊਗੀ। ਤਾਂ ਇਹ ਕੀ ਹੋ ਗਿਆ, ਥੋੜਾ ਪੂਰਨ ਭਵਿੱਖਤ ਕਾਲ ਹੋ ਗਿਆ। ਅੱਗੇ ਆ ਗਿਆ ਜੀ ਪੂਰਨ ਵੀ ਹੈ ਪਲੱਸ ਚਾਲੂ ਵੀ ਹੈ। ਤਾਂ ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਨਿਸ਼ਚਿਤ ਸਮੇਂ ਤੋਂ ਆਰੰਭ ਹੋ ਕੇ ਜਾਰੀ ਰਹੂਗਾ। ਤਾਂ ਕਹਿੰਦਾ ਜੀ ਉਹ ਸਵੇਰ ਤੋਂ ਸੀ ਸਫ਼ਰ ਕਰ ਰਿਹਾ ਹੋਵੇਗਾ, ਰਾਜੂ ਸਵੇਰ ਤੋਂ ਹੀ ਗੀਤ ਗਾ ਰਿਹਾ ਹੋਵੇਗਾ। ਤਾਂ ਕਹਿਣ ਦਾ ਮਤਲਬ ਮੈਂ ਸਵੇਰ ਤੋਂ ਹੀ ਪੜ੍ਹ ਰਿਹਾ ਹੋਵਾਂਗਾ। ਤਾਂ ਇਹ ਚੀਜ਼ਾਂ ਹੈਗੀਆਂ ਜੀ ਤੁਹਾਡੀਆਂ ਪੂਰਨ ਚਾਲੂ ਭਵਿੱਖਤ ਕਾਲ ਦੇ ਵਿੱਚ ਇਹ ਆਰੰਭ ਹੋ ਕੇ ਜਾਰੀ ਰਹਿਣਗੀਆਂ, ਖਤਮ ਹੋਣ ਦਾ ਨਹੀਂ ਪਤਾ ਇਹਨਾਂ ਦਾ। ਅੱਗੇ ਗੱਲ ਕਰਦੇ ਹਾਂ ਜੀ ਸ਼ਰਤੀ ਭਵਿੱਖਤ ਕਾਲ। ਤਾਂ ਇਹ ਤੁਹਾਨੂੰ ਪਤਾ ਵੀ ਕੰਮ ਜਿਹੜਾ ਹੋਊਗਾ ਲੇਕਿਨ ਕਿਸੇ ਨਾ ਕਿਸੇ ਸ਼ਰਤ ਤੇ ਹੋਊਗਾ। ਜੇ ਉਹ ਪੜ੍ਹੇਗਾ ਤਾਂ ਪਾਸ ਹੋ ਜਾਏਗਾ, ਜੇ ਤੁਸੀਂ ਮਿਹਨਤ ਕਰੋਗੇ ਤਾਂ ਨੌਕਰੀ ਲੱਗ ਜਾਓਗੇ, ਜੇ ਤੁਸੀਂ ਜਲਦੀ ਚੱਲੋਗੇ ਤਾਂ ਉੱਥੇ ਪਹੁੰਚ ਜਾਓਗੇ। ਤਾਂ ਕਹਿਣ ਦਾ ਮਤਲਬ ਨਾਲ ਸ਼ਰਤ ਰੱਖੀ ਗਈ ਹੈ ਤੇ ਭਵਿੱਖਤ ਕਾਲ ਦੇ ਵਿੱਚ ਕੰਮ ਪੂਰਾ ਹੋਣਾ ਹੈ। ਇਹ ਸੀਗਾ ਜੀ ਅੱਜ ਦਾ ਤੁਹਾਡਾ ਕਾਲ, ਠੀਕ ਹੈ ਜੀ। ਤੇ ਤੁਸੀਂ ਮੈਨੂੰ ਇਸ ਕੁਐਸਚਨ ਦਾ ਜਵਾਬ ਦੇਣਾ ਹੈ। ਇਹ ਮੈਂ ਕੁਐਸਚਨ ਆਪਦੇ ਵੱਲੋਂ ਬਣਾਇਆ ਗਿਆ। ਕਹਿੰਦਾ ਜੀ ਵਰਤਮਾਨ ਕਾਲ ਚੁਣੋ। ਇਹਨਾਂ ਵਿੱਚ ਵਰਤਮਾਨ ਕਾਲ ਕਿਹੜਾ ਹੈ, ਸੀ, ਗਾ ਜਾਂ ਦਾ। ਇਹ ਚਿੰਨ੍ਹ ਨੇ ਰਾਜੇ, ਤੁਹਾਨੂੰ ਪਤਾ ਲੱਗਣਾ ਚਾਹੀਦਾ ਵਾਕ ਦੇ ਵਿੱਚ ਕਿਸੇ ਪਿੱਛੇ ਹੈ ਆਉਂਦਾ ਹੈ, ਕਿਸੇ ਪਿੱਛੇ ਸੀ ਆਉਂਦਾ ਹੈ, ਕਿਸੇ ਪਿੱਛੇ ਗਾ ਆ ਰਿਹਾ, ਕਿਸੇ ਪਿੱਛੇ ਦਾ ਆ ਰਿਹਾ। ਇਹਨਾਂ ਵਿੱਚੋਂ ਤੁਸੀਂ ਵਰਤਮਾਨ ਕਾਲ ਦੱਸਣਾ ਮੈਨੂੰ, ਠੀਕ ਹੈ ਜੀ। ਤਾਂ ਸ਼ੁਕਰੀਆ ਜੀ, ਆਈ ਹੋਪ ਤੁਹਾਨੂੰ ਸਾਰਾ ਕੁਝ ਪਸੰਦ ਆ ਗਿਆ ਹੋਊਗਾ। ਜੇ ਪਸੰਦ ਆਇਆ ਹੋਵੇ ਤਾਂ ਲਾਈਕ ਦਾ ਬਟਨ ਨੱਪ ਦਿਓ, ਕੰਜੂਸੀ ਨਹੀਂ ਕਰਨੀ, ਕਮੈਂਟ ਕਰ ਦਿਓ, ਕੁਐਸਚਨ ਦਾ ਆਨਸਰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਵਾਲਾ ਬਟਨ ਪੱਕਾ ਨੱਪ ਦਿਓ ਤੇ ਹੋਰਨਾਂ ਤੋਂ ਨਪਾ ਦਿਓ ਤੇ ਬੈਲ ਆਈਕਨ ਨੂੰ ਨੱਪ ਕੇ ਆਲ ਤੇ ਕਲਿੱਕ ਕਰ ਲਿਓ। ਅੱਛਾ, ਇੱਕ ਕੁਐਰੀ ਆ ਰਹੀ ਸੀ ਪੀਡੀਐਫ ਦੀ। ਰਾਜੇ ਜਿਹੜੀ ਪੰਜਾਬੀ ਦੀ ਪੀਡੀਐਫ ਹੈ ਬਿਲਕੁਲ ਫ੍ਰੀ ਹੈ। ਇਹ 2 ਦਿਨ ਰੁਕ ਜਾਓ, ਮੈਂ ਤੁਹਾਨੂੰ ਅਵੇਲੇਬਲ ਕਰ ਦੂੰਗਾ। ਇਹਦਾ ਲਿੰਕ ਥੱਲੇ ਵੀਡੀਓ 'ਚ ਪਾ ਦੂੰਗਾ, ਤੁਸੀਂ ਉੱਥੋਂ ਪੜ੍ਹ ਲਿਓ। ਇਹਦਾ ਕੋਈ ਪੈਸਾ ਨਹੀਂ ਹੈਗਾ, ਇਹ ਸੇਵਾ ਦੇ ਤੌਰ ਤੇ ਚੱਲ ਰਿਹਾ, ਤੁਹਾਨੂੰ ਪਤਾ ਹੈ। ਪੰਜਾਬ ਜੀਕੇ ਦੀ ਵੀ ਪੀਡੀਐਫ ਲਗਭਗ ਆਪਣੀ ਫ੍ਰੀ ਵਾਂਗੂ ਹੀ ਆ, ਬਟ ਹਜੇ ਉੱਤੇ ਕੰਮ ਚੱਲ ਰਿਹਾ। ਹੋ ਸਕਦਾ ਉਹਨੂੰ ਇੱਕ ਬਹੁਤ ਵਧੀਆ ਬੁੱਕ ਦੇ ਤੌਰ ਤੇ ਆਪਾਂ ਬਣਾ ਦਈਏ, ਉੱਤੇ ਬਹੁਤ ਮਿਹਨਤ ਚੱਲ ਰਹੀ ਹੈ। ਇਹ ਹੈ ਟੀਮ ਹਜੇ ਕੰਮ ਕਰ ਰਹੀ ਹੈ। ਹੋ ਸਕਦਾ ਉਹਦਾ ਪ੍ਰਾਈਸ ਜੇ ਹੋਇਆ ਵੀ ਲਗਭਗ 100-200 ਰੁਪਇਆ ਹੋਊਗਾ, ਜ਼ਿਆਦਾ ਨਹੀਂ ਹੋਊਗਾ। ਪਰ ਮੈਂ ਕੋਸ਼ਿਸ਼ ਹੈ ਵੀ ਉਹ ਫ੍ਰੀ ਦੇਵਾਂਗਾ ਤੁਹਾਨੂੰ। ਉੱਤੇ ਹਜੇ ਕੰਮ ਚੱਲ ਰਿਹਾ, ਠੀਕ ਹੈ ਜੀ। ਤੇ MCQ ਤੇ ਵੀ ਕੰਮ ਚੱਲ ਰਿਹਾ, ਤਾਂ ਥੋੜੀ ਜਿਹੀ ਵੇਟ ਕਰ ਲਓ। ਇਹਦੀ ਜਿਹੜੀ ਪੀਡੀਐਫ ਹੈਗੀ ਰਾਜੇ ਨਾਲ ਦੀ ਨਾਲ ਅਵੇਲੇਬਲ ਕਰਵਾ ਦੂੰਗਾ ਤੁਹਾਨੂੰ, ਪੰਜਾਬੀ ਦੀ, ਪੰਜਾਬੀ ਗ੍ਰਾਮਰ ਦੀ, ਪੰਜਾਬੀ ਵਿਆਕਰਨ ਦੀ, ਠੀਕ ਹੈ ਜੀ। ਤਾਂ ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ। ਜਲਦੀ ਮਿਲਦੇ ਆ। ਪੰਜਾਬ ਜੀਕੇ ਦੀ ਡਿਮਾਂਡ ਆ ਰਹੀ ਹੈ ਰਾਜੇ, ਉਹਦੀ ਵੀ ਮੈਂ ਵੀਡੀਓ ਨਾਲ ਬਣਾਉਂਗਾ। ਥੋੜਾ ਜਿਹਾ ਕੰਟੈਂਟ ਲਿਖਣ ਤੇ ਟਾਈਮ ਲੱਗ ਰਿਹਾ, ਟਾਈਮ ਘੱਟ ਹੁੰਦਾ ਹੈ। ਕੁਝ ਪੇਡ ਦੇ ਵਿੱਚ ਵੀ ਬੈਚ ਚੱਲ ਰਹੀ ਹੈ, ਕੁਝ ਤੁਹਾਡੇ ਵੀ, ਠੀਕ ਹੈ, ਫ੍ਰੀ 'ਚ ਸੇਵਾ ਚੱਲ ਰਹੀ ਹੈ, ਕੁਝ ਘਰੇ ਵੀ ਸੇਵਾ ਚੱਲਦੀ ਹੈ। ਤੇ ਇਸ ਕਰਕੇ ਥੋੜਾ ਜਿਹਾ ਐਡਜਸਟ ਕਰ ਲਓ। ਮੈਂ ਉਹ ਵੀ ਜਲਦੀ ਸ਼ੁਰੂ ਕਰਨ ਜਾ ਰਿਹਾ। ਤਾਂ ਸ਼ੁਕਰੀਆ ਜੀ, ਧੰਨਵਾਦ।